आम आदमी पार्टी ने तो एक विस्परिंग कंपेन ही चलाती। हालांकि मैं बिल्कुल कभी नहीं कहा भी मैं सीएम चेहरा, उन्होंने तो कंपेन ही चलाती भी साडा सीएम चेहरा राजेवाल। ਜਦੋਂ ਕੇਜਰੀਵਾਲ ਉਹਨਾਂ ਨਾਲ ਤੁਹਾਡੀ ਮੀਟਿੰਗ ਹੋਈ, ਕਿਹੜੇ ਪਹਿਲੂ ਸੀਗੇ ਜਿਨ੍ਹਾਂ 'ਤੇ ਤੁਹਾਡੀ ਗੱਲਬਾਤ ਕੇਂਦਰਿਤ ਰਹੀ ਜਿਹੜੀ ਤੁਸੀਂ ਪੰਜਾਬ ਕਰਨੀ ਹੋਏ, ਤੁਸੀਂ ਚਾਹੁੰਦੇ ਸੀ ਵੀ ਅਸੀਂ ਇਹ ਕੁਝ ਕਰਨਾ ਚਾਹੁੰਦੇ? नहीं, मैं तो उन्होंने सिर्फ यही कहा भी तुहाडी वर्किंग सानू पसंद नहीं, जिवें तुसीं कैंडीडेट्स लिया रहे हो क्रिमिनल्स, मैं नहीं उन्होंने नाल चल सकता। जिस तरह तुसीं मुल सीटां बेच रहे हो, मैं इहो जिहे लोकां नाल नहीं चल सकता। साडा निशाना जिहड़ा पैसे दे के टिकट खरीदूगा वो फिर पैसे बनाऊगा भी। ਤੁਹਾਡੇ ਕੋਲ ਇਹੋ ਜਿਹੇ ਕੋਈ ਤੱਥ ਨੇ ਕਿ ਤੁਹਾਡੇ ਕੋਲ ਸਬੂਤ ਨੇ ਕਿ ਆਮ ਆਦਮੀ ਪਾਰਟੀ ਨੇ ਫਲਾਣੇ ਬੰਦੇ ਕੋਲ ਕਰੋੜਾਂ ਰੁਪਏ ਲਏ ਤਾਂ ਟਿਕਟ? ਇਹ ਤਾਂ ਹੁਣ ਜਨਰਲ ਆਮ ਪਬਲਿਕ ਨੂੰ ਪਤਾ ਹੈ, ਥਾਂ ਥਾਂ ਚਰਚਾ ਹੁੰਦੀ ਹੈ ਇਹਦੀ। ਮੇਰੇ ਕੋਲ ਵੀ ਹੈਗੇ, ਪਰ ਚਰਚਾ ਹੈਗੀ ਇਹਦੀ ਆਮ ਚਰਚਾ, ਬਹੁਤ ਕੁਛ ਹੈ ਮੇਰੇ ਕੋਲ। ਜਨਤਕ ਕਰੋਗੇ ਜਿਹੜਾ ਤੁਹਾਡੇ ਕੋਲ? ਦੇਖਾਂਗੇ ਸਮਾਂ ਆਉਣ 'ਤੇ। ਕਿਉਂਕਿ ਤੁਸੀਂ ਸੀਐਮ ਚਿਹਰਾ ਬਣਨਾ ਸੀਗਾ, ਭਗਵੰਤ ਮਾਨ ਨੇ ਅੜਿੱਕਾ ਪਾਤਾ, ਉਹਨਾਂ ਨੇ ਨਹੀਂ ਗੱਲ ਬਣਨ। ਨਹੀਂ ਨਹੀਂ, ਮੈਂ ਨਹੀਂ ਆਪਣੇ ਆਪ ਨੂੰ ਉਹਦੇ ਨਾਲ ਨਹੀਂ ਤੁਲਨਾ ਕਰਦਾ ਆਪਣੀ। ਮੈਂ ਭਗਵੰਤ ਮਾਨ ਨਾਲ ਮੇਰੀ ਕੀ ਤੁਲਨਾ। ਉੱਥੇ ਇਕੱਠ ਹੋਇਆ ਨਾ PM ਦੀ ਰੈਲੀ ਦੇ ਵਿੱਚ, ਉਹਨੂੰ ਇਨਫੋਰਮੇਸ਼ਨ ਸੀ, ਤੇ PM ਸਾਡਾ जुमलेबाज ਤਾਂ ਹੈ ਹੀ, ਇਹ ਤਾਂ ਮੰਨਿਆ ਹੋਇਆ। ਉਹ ਆਪ ਕਹਿ ਦਿੰਦਾ ਇਹ ਤਾਂ ਚੁਣਾਵੀ जुमला था, ਤੇ ਚੁਣਾਵੀ जुमला ਇੱਕ ਛੱਡ ਗਿਆ ਔਰ ਇਹਦੇ ਮਾਨੇ ਗਲਤ ਕੱਢ ਰਹੇ ਨੇ ਲੋਕ। ਮੈਂ ਇਸ ਗੱਲ ਦੀ ਤਕਲੀਫ ਹੈ। ਪੰਜਾਬ ਦੇ ਲੋਕ ਇੱਕ ਦੂਜੇ ਦੇ ਭਰਾਵਾਂ ਵਾਂਗੂ ਰਹਿੰਦੇ ਨੇ। ਸਾਡੀ 9 ਮਾਸ ਦਾ ਰਿਸ਼ਤਾ ਹੈ। ਪੰਜਾਬ ਦਾ ਮਾਹੌਲ ਅਸੀਂ ਕਿਸੇ ਕੀਮਤ 'ਤੇ ਵੀ ਖਰਾਬ ਨਹੀਂ ਕਰਨਾ। ਪਿਛਲੇ ਸਮੇਂ ਤੋਂ ਸਿਆਸੀ ਟਿੱਪਣੀਆਂ ਲਗਾਤਾਰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਹੋਣਾ ਦੇ ਆਲੇ ਦੁਆਲੇ ਘੁੰਮ ਰਹੀਆਂ ਨੇ ਕਿ ਉਹਨਾਂ ਦਾ ਅਗਲਾ ਕਦਮ ਕੀ ਹੋਊਗਾ। ਚਰਚਾਵਾਂ ਇਹ ਵੀ ਸੀਗੀਆਂ ਕਿ ਰਾਜੇਵਾਲ ਹੋਣੀ ਸੰਯੁਕਤ ਸਮਾਜ ਮੋਰਚੇ ਤੋਂ ਅੱਡ ਹੋ ਕੇ ਆਮ ਆਦਮੀ ਪਾਰਟੀ ਦੇ ਸੀਐਮ ਕੈਂਡੀਡੇਟ ਬਣ ਸਕਦੇ ਨੇ। ਤਮਾਮ ਸਵਾਲ ਅੱਜ ਸਾਡੇ ਨਾਲ ਰਾਜੇਵਾਲ ਸਾਹਿਬ ਮੌਜੂਦ ਨੇ, ਗੱਲਬਾਤ ਕਰਾਂਗੇ। ਰਾਜੇਵਾਲ ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ। ਮਿਹਰਬਾਨੀ ਜੀ। ਬਹੁਤ ਸਾਰੀਆਂ ਚਰਚਾਵਾਂ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਸੀਐਮ ਕੈਂਡੀਡੇਟ ਐਲਾਨਣ 'ਤੇ ਵੀ ਹੋ ਰਹੀ ਸੀਗੀ, ਗੱਲ ਕਿੱਥੇ ਕੁ ਰੁਕ ਗਈ? ਅਸਲ 'ਚ ਮੋਰਚਾ ਜਿਸ ਤਰ੍ਹਾਂ ਜਿੱਤਿਆ, ਜਿਸ ਤਰ੍ਹਾਂ ਮੋਰਚੇ ਦੀ ਚੜ੍ਹਾਈ ਸੀ, ਉਹਨੂੰ ਦੇਖ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਸੀ ਉਹਨਾਂ ਦੀਆਂ ਨਿਗਾਹਾਂ ਇਹੀ ਸੀ, ਸਾਡੇ ਵੱਲੋਂ ਡੋਰੇ ਸਿੱਟਦੇ ਸੀ ਵੀ ਤੁਸੀਂ ਸਾਡੇ ਵੱਲ ਆਓ, ਸਾਡੇ ਵੱਲ ਆਓ। ਔਰ ਆਮ ਆਦਮੀ ਪਾਰਟੀ ਨੇ ਤਾਂ ਇੱਕ ਵਿਸਪਰਿੰਗ ਕੰਪੇਨ ਹੀ ਚਲਾਤੀ। ਹਾਲਾਂਕਿ ਮੈਂ ਬਿਲਕੁਲ ਕਦੀ ਨਹੀਂ ਕਿਹਾ ਵੀ ਮੈਂ ਸੀਐਮ ਚਿਹਰਾ, ਉਹਨਾਂ ਨੇ ਤਾਂ ਕੰਪੇਨ ਹੀ ਚਲਾਤੀ ਵੀ ਸਾਡਾ ਸੀਐਮ ਚਿਹਰਾ ਰਾਜੇਵਾਲ ਹੋਊ। ਤੋ ਜਦੋਂ ਅਸੀਂ ਦੇਖਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਜਿੱਦਾਂ ਦਾ ਪ੍ਰੋਗਰਾਮ ਦਿੰਦੇ ਨੇ, ਇਹ ਅਸਲ ਵਿੱਚ ਪੰਜਾਬ ਦੇ ਲੋਕ ਅੱਕੇ ਹੋਏ ਨੇ ਟਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਤੋਂ, ਜਿਨ੍ਹਾਂ ਨੇ ਪੰਜਾਬ ਦਾ ਪੱਠਾ ਬਿਠਾ ਦਿੱਤਾ। ਔਰ ਲੋਕ ਤਬਦੀਲੀ ਚਾਹੁੰਦੇ ਨੇ। ਲੋਕ ਚਾਹੁੰਦੇ ਨੇ ਵੀ ਪੰਜਾਬ ਜਿਹੜਾ ਹੱਸਦਾ ਖੇਡਦਾ ਪੰਜਾਬ ਸੀ, ਇਹ ਫਿਰ ਦੁਬਾਰਾ ਉਸੇ ਤਰ੍ਹਾਂ ਦਾ ਪੰਜਾਬ ਬਣੇ। ਔਰ ਉਹ ਲੋਕਾਂ ਦੀ ਇੱਛਾ ਵਿੱਚੋਂ ਹੀ ਇਹ ਸੰਯੁਕਤ ਸਮਾਜ ਮੋਰਚਾ ਬਣਿਆ। ਇਹ ਅਸੀਂ ਸੰਯੁਕਤ ਸਮਾਜ ਮੋਰਚਾ ਸਿਰਫ ਕਿਸਾਨਾਂ ਤੱਕ ਸੀਮਤ ਨਹੀਂ, ਇਹਦੇ ਵਿੱਚ ਮਜ਼ਦੂਰ ਵੀ, ਵਪਾਰੀ ਵੀ, ਇੰਡਸਟਰੀ ਵਾਲੇ ਵੀ, ਮੁਲਾਜ਼ਮ ਵੀ, ਆਂਗਣਵਾੜੀ ਵਰਕਰ ਨੇ, ਅਤੇ ਹੋਰ ਅਲੱਗ-ਅਲੱਗ ਕਿਸਮ ਦੇ ਜਿਹੜੇ ਹੈਗੇ ਸਮਾਜ ਦੇ ਹਿੱਸੇ, ਉਹ ਸਾਰੇ ਇਹਦੇ ਵਿੱਚ ਸ਼ਾਮਲ ਹੋਣਗੇ। ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਕਿ ਸਾਰੀਆਂ ਪਾਰਟੀਆਂ ਡੋਰੇ ਪਾ ਰਹੀਆਂ ਸੀਗੀਆਂ, ਤੁਸੀਂ ਗੱਲਬਾਤ ਲਈ ਫਿਰ ਆਮ ਆਦਮੀ ਪਾਰਟੀ ਨੂੰ ਕਿਉਂ ਚੁਣਿਆ? ਨਹੀਂ, ਗੱਲਬਾਤ ਲਈ ਨਹੀਂ, ਉਹਨਾਂ ਨੇ ਤਾਂ ਇੱਕ ਵਾਰੀ ਬੈਠ ਕੇ ਹੋਇਆ ਉਹੀ ਗੱਲ, ਅਤੇ ਮੈਂ ਉਹਨਾਂ 'ਤੇ ਗਿਲਾ ਕਰਕੇ ਜਵਾਬ ਦੇ ਕੇ ਆ ਗਿਆ ਵੀ ਤੁਹਾਡਾ ਵੀ ਉਹੀ ਤਰੀਕਾ ਹੈ ਜੋ ਬਾਕੀ ਪੋਲੀਟੀਕਲ ਪਾਰਟੀਆਂ, ਤੁਹਾਡੇ ਵੀ ਟਿਕਟਾਂ ਮੁੱਲ ਵਿਕਦੀਆਂ, ਤੁਸੀਂ ਵੀ ਕ੍ਰਿਮੀਨਲਸ ਨੂੰ ਟਿਕਟਾਂ ਦਿੰਦੇ ਹੋ। ਲੋਕਾਂ ਦੇ ਨੁਮਾਇੰਦੇ ਜਿਹੜੇ ਕੁਆਲੀਫਾਈ ਕਰਦੇ ਨੇ ਜਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਵੀ ਇਗਨੋਰ ਕਰਦੇ ਹੋ। ਅਤੇ ਤੁਹਾਡੇ ਕੋਲ ਵੀ ਕੋਈ ਪਾਲਿਸੀ ਨਹੀਂ, ਕੋਈ ਪ੍ਰੋਗਰਾਮ ਨਹੀਂ। ਤੁਸੀਂ ਵੀ ਉਹਨਾਂ ਵਾਂਗੂ ਜਿਹੜਾ ਤੁਹਾਡਾ ਏਜੰਡਾ ਉਹ ਵੀ ਟਰੈਡੀਸ਼ਨਲ ਪੋਲੀਟੀਸ਼ੀਅਨਸ ਵਾਲਾ ਹੀ ਏਜੰਡਾ, ਤੁਹਾਡੇ ਕੋਲ ਕੋਈ ਨਵਾਂ ਕੁਛ ਨਹੀਂ। ਇਸ ਕਰਕੇ ਅਸੀਂ ਤੁਹਾਡੇ ਵਰਗੇ ਲੋਕਾਂ ਨਾਲ ਨਹੀਂ ਚੱਲ ਸਕਦੇ। ਸਾਡਾ ਜਿਹੜਾ ਨਿਸ਼ਾਨਾ ਉਹ ਪੰਜਾਬ ਨੂੰ ਬਚਾਉਣ ਦਾ, ਪੰਜਾਬ ਵਿੱਚ ਸਿਸਟਮ ਸੁਧਾਰਨ ਦਾ, ਪੰਜਾਬ ਵਿੱਚ ਐਜੂਕੇਸ਼ਨ, ਹੈਲਥ, ਐਗਰੀਕਲਚਰ, ਸਾਰੀਆਂ ਚੀਜ਼ਾਂ, ਐਗਰੀਕਲਚਰ, ਹੈਲਥ, ਐਜੂਕੇਸ਼ਨ, ਇਹਦੇ 'ਤੇ ਉਹ ਪ੍ਰਚਾਰ ਕਰ ਰਹੇ ਨੇ ਕਿ ਦਿੱਲੀ 'ਚ ਅਸੀਂ ਬਹੁਤ ਕੁਛ ਕਰਾਂਗੇ। ਲੋਕਾਂ ਨੂੰ ਦਿੱਲੀ ਦੇ ਨੂੰ ਚੰਗੀ ਤਰ੍ਹਾਂ ਪਤਾ ਉੱਥੇ ਇੰਨਾ ਪੈਸਾ ਹੈ, ਜਿੰਨਾ ਪੈਸਾ ਉਹਨਾਂ ਦੇ ਕੋਲ ਉੱਥੇ ਦੀ ਦਿੱਲੀ ਦੀ ਸਰਕਾਰ ਕੋਲ ਹੈਗਾ, ਉਹਦੇ ਨਾਲ ਤਾਂ ਉੱਥੇ ਬੜਾ ਕੁਛ ਹੋ ਸਕਦਾ ਸੀ। ਤੋ ਜਦੋਂ ਇੱਥੇ ਫਿਰ ਲੋਕਾਂ ਨੂੰ ਉਹੀ ਲਾਲਚ ਦਿੰਦੇ ਨੇ ਜੋ ਪੋਲੀਟੀਕਲ ਪਾਰਟੀਆਂ ਦੂਸਰੀਆਂ ਦਿੰਦੀਆਂ, ਇਹਦੋਂ ਪਤਾ ਲੱਗਦਾ ਵੀ ਉਹਨਾਂ ਦਾ ਵੀ ਕੋਈ ਏਜੰਡਾ, ਕੋਈ ਠੋਸ ਨਹੀਂ, ਉਹ ਵੀ ਖੋਖਲੇ ਨੇ। ਰਾਜੇਵਾਲ ਸਾਹਿਬ, ਤੁਸੀਂ ਲਗਾਤਾਰ ਏਜੰਡੇ ਦੀ ਗੱਲ ਕਰਦੇ ਹੋ। ਜਦੋਂ ਕੇਜਰੀਵਾਲ ਹੋਣਾ ਨਾਲ ਤੁਹਾਡੀ ਮੀਟਿੰਗ ਹੋਈ, ਕਿਹੜੇ ਪਹਿਲੂ ਸੀਗੇ ਜਿਨ੍ਹਾਂ 'ਤੇ ਤੁਹਾਡੀ ਗੱਲਬਾਤ ਕੇਂਦਰਿਤ ਰਹੀ ਜਿਹੜੀ ਤੁਸੀਂ ਪੰਜਾਬ ਕਰਨੀ ਹੋਏ, ਤੁਸੀਂ ਚਾਹੁੰਦੇ ਸੀ ਵੀ ਅਸੀਂ ਇਹ ਕੁਛ ਕਰਨਾ ਚਾਹੁੰਦੇ? ਨਹੀਂ, ਮੈਂ ਤਾਂ ਉਹਨਾਂ ਨੂੰ ਸਿਰਫ ਇਹੀ ਕਿਹਾ ਵੀ ਤੁਹਾਡੀ ਵਰਕਿੰਗ ਸਾਨੂੰ ਪਸੰਦ ਨਹੀਂ, ਜਿਵੇਂ ਤੁਸੀਂ ਕੈਂਡੀਡੇਟਸ ਲਿਆ ਰਹੇ ਹੋ ਕ੍ਰਿਮੀਨਲਸ,
ਮੈਂ ਨਹੀਂ ਉਹਨਾਂ ਦੇ ਨਾਲ ਚੱਲ ਸਕਦਾ। ਜਿਸ ਤਰ੍ਹਾਂ ਤੁਸੀਂ ਮੁੱਲ ਸੀਟਾਂ ਵੇਚ ਰਹੇ ਹੋ, ਮੈਂ ਇਹੋ ਜਿਹੇ ਲੋਕਾਂ ਨਾਲ ਨਹੀਂ ਚੱਲ ਸਕਦਾ। ਸਾਡਾ ਨਿਸ਼ਾਨਾ ਜਿਹੜਾ ਪੈਸੇ ਦੇ ਕੇ ਟਿਕਟ ਖਰੀਦੂਗਾ ਉਹ ਫਿਰ ਪੈਸੇ ਬਣਾਊਗਾ ਵੀ, ਔਰ ਫਿਰ ਜਿਹੜਾ ਬੰਦਾ 10 ਕਰੋੜ ਰੁਪਈਆ ਖਰਚ ਕੇ ਇਲੈਕਸ਼ਨ ਲੜੂਗਾ ਉਹ 20 ਕਰੋੜ ਬਣਾਊਗਾ ਵੀ। ਉਹਨਾਂ ਲੋਕਾਂ ਨਾਲੇ ਤਾਂ ਲੜਾਈ ਹੈ। ਇਸ ਕਰਕੇ ਤੁਹਾਡੇ ਨਾਲ ਅਸੀਂ ਨਹੀਂ ਚੱਲ, ਤੁਹਾਡਾ ਔਰ ਦੂਸਰਿਆਂ ਦਾ ਕੋਈ ਫਰਕ ਸਾਨੂੰ ਨਜ਼ਰ ਨਹੀਂ ਆਉਂਦਾ। ਤੁਹਾਡੇ ਕੋਲ ਇਹੋ ਜਿਹੇ ਕੋਈ ਤੱਥ ਨੇ ਕਿ ਤੁਹਾਡੇ ਕੋਲ ਸਬੂਤ ਨੇ ਕਿ ਆਮ ਆਦਮੀ ਪਾਰਟੀ ਨੇ ਫਲਾਣੇ ਬੰਦੇ ਕੋਲ ਕਰੋੜਾਂ ਰੁਪਏ ਲਏ ਤਾਂ ਟਿਕਟ? ਇਹ ਤਾਂ ਹੁਣ ਜਨਰਲ ਆਮ ਪਬਲਿਕ ਨੂੰ ਪਤਾ ਹੈ, ਥਾਂ ਥਾਂ ਚਰਚਾ ਹੁੰਦੀ ਹੈ ਇਹਦੀ। ਮੇਰੇ ਕੋਲ ਵੀ ਹੈਗੇ, ਪਰ ਚਰਚਾ ਹੈਗੀ ਇਹਦੀ, ਆਮ ਚਰਚਾ ਬਹੁਤ ਕੁਛ ਹੈ ਮੇਰੇ ਕੋਲ। ਜਨਤਕ ਕਰੋਗੇ ਜਿਹੜਾ ਤੁਹਾਡੇ ਕੋਲ? ਦੇਖਾਂਗੇ ਸਮਾਂ ਆਉਣ 'ਤੇ। ਹੋਰ ਕੁਛ? ਕਿਉਂਕਿ ਉਹ ਲਗਾਤਾਰ ਪੰਜਾਬ ਦੇ ਭਲੇ ਦੀ ਗੱਲ ਕਰਦੇ, ਕਹਿੰਦੇ ਵੀ ਕਿ ਦਿੱਲੀ ਸਾਡੇ ਹੱਥ ਬੰਨੇ ਹੋਏ ਨੇ ਕੇਜਰੀਵਾਲ, ਹੁਣ ਪੰਜਾਬ ਸਾਡੇ ਕੋਲ ਕੇ ਰਾਜ ਵੀ ਅਸੀਂ ਮਾਡਲ ਬਣਾ ਕੇ ਦਿਖਾ ਦਾਂਗੇ ਪੰਜਾਬ ਨੂੰ। ਕੋਈ ਏਜੰਡਾ ਇਹੋ ਜਿਹਾ? ਉਹ ਇਹੀ ਕਹਿੰਦੇ ਨੇ ਵੀ ਪੰਜਾਬ ਦਾ ਪਾਣੀ ਲੈ ਜਾਵਾਂਗੇ ਦਿੱਲੀ ਨੂੰ। ਇੱਕ ਤਾਂ ਇਹ ਕਹਿੰਦੇ ਨੇ, ਦੂਜਾ ਕਾਰਪੋਰੇਟਸ ਦਾ ਜਿਹੜਾ ਮੁੱਦਾ ਸੀ, ਉਹਦੇ ਜਦੋਂ ਆ 3 ਕਾਨੂੰਨਾਂ ਵਾਸਤੇ ਅਸੀਂ ਬੈਠੇ ਸੀ, ਉਹਨਾਂ 'ਤੇ ਉਹਨਾਂ ਨੇ ਕਿਉਂ ਨਹੀਂ ਅਸੈਂਬਲੀ ਦੇ ਵਿੱਚ ਕੋਈ ਰੈਜ਼ੋਲੂਸ਼ਨ ਕੀਤਾ ਜੀ ਇਹ ਕਾਨੂੰਨ ਰੱਦ ਕਰਨ ਨੂੰ? ਉਦੋਂ ਉਹਨਾਂ ਨੂੰ ਕਿਉਂ ਨਹੀਂ ਖਿਆਲ ਆਇਆ? ਕੀ ਭਲਾ ਕਰਨਗੇ ਸਾਡਾ? ਅਸੀਂ ਤਾਂ 1.5 ਸਾਲ ਢੂਈਆਂ ਰਗੜਾਈਆਂ, ਸੜਕਾਂ 'ਤੇ ਬੈਠੇ, ਰੇਲਵੇ ਲਾਈਨਾਂ 'ਤੇ ਬੈਠੇ। ਉਹਨਾਂ ਨੂੰ ਉਦੋਂ ਨਹੀਂ ਖਿਆਲ ਆਇਆ ਵੀ ਇਹ ਜਿਹੜੇ ਕਾਨੂੰਨ ਗਲਤ ਬਣੇ ਨੇ ਅਸੀਂ ਇਹਦੇ ਬਾਰੇ ਕੋਈ ਮਤਾ ਹੀ ਪਾਸ ਕਰ ਦਈਏ? ਤਾਂ ਕੋਈ ਫਰਕ ਨਹੀਂ ਉਹਨਾਂ 'ਚ। ਚੱਲਦੇ ਅੰਦੋਲਨ ਦੌਰਾਨ, ਜਦੋਂ ਅੰਦੋਲਨ ਦਿੱਲੀ ਬੈਠੇ ਸੀਗੇ, ਪੰਜਾਬ ਪੂਰਾ ਹੀ ਬੈਠਾ ਸੀਗਾ, ਆਮ ਆਦਮੀ ਪਾਰਟੀ ਉਦੋਂ ਸੀਗੀ ਲਾਈਨ ਅਪ ਤੁਹਾਡੇ ਨਾਲ ਗੱਲਬਾਤ? ਆਈ ਨਹੀਂ ਕਿਤੇ, ਇੱਕ ਵਾਰੀ ਸਟੇਜ 'ਤੇ ਨਹੀਂ ਆਏ ਉਹ ਵੀ ਬਸ। ਉਹ ਅਲੱਗ ਗੱਲ ਆ ਵੀ ਅਸੀਂ ਪੋਲੀਟੀਕਲ ਲੀਡਰ ਨੂੰ ਨਹੀਂ ਸੀ ਚੜ੍ਹਨ ਦਿੰਦੇ ਸਟੇਜ 'ਤੇ, ਪਰ ਉਹ ਕਿਤੇ ਖਬਰਸਾਰ ਲੈਣ ਵੀ ਨਹੀਂ ਆਏ, ਵਿਜ਼ਿਟ ਹੀ ਨਹੀਂ ਕੀਤਾ ਉਹਨਾਂ ਨੇ ਮੋਰਚੇ ਨੂੰ। ਬਾਕੀ ਪਾਰਟੀਆਂ ਦੇ ਲੀਡਰ ਜਾਂਦੇ ਆਉਂਦੇ ਰਹੇ, ਨਹੀਂ ਸਟੇਜ 'ਤੇ ਜਾਂਦੇ ਸੀ, ਅਲੱਗ ਗੱਲ ਹੈ, ਪਰ ਉਹ ਜਾ ਕੇ ਖਬਰਸਾਰ ਤਾਂ ਲੈਂਦੇ ਸੀ ਭਾਈਚਾਰੇ ਦੀ। ਕਿਸੇ ਨੇ ਕੁਛ ਕੰਟਰੀਬਿਊਟ ਕੀਤਾ, ਕਿਸੇ ਨੇ ਕੁਛ। ਸਾਨੂੰ ਇਹ ਕਿਤੇ ਨਜ਼ਰ ਨਹੀਂ ਆਈ। ਰਾਜਾ ਸਾਹਿਬ, ਤੁਸੀਂ ਪਿਛਲੀ ਇੰਟਰਵਿਊ 'ਚ ਕਿਹਾ ਸੀਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੈਸੇ ਦੇ ਕੇ ਇਹਨਾਂ ਨੇ ਕੈਂਡੀਡੇਟ ਖੜਾਏ ਜਾਂ ਫਿਰ ਜਿੱਦਾਂ ਵੀ ਹੈਗਾ, ਉਹ ਸਹਿਮਤੀ ਬਣ ਗਈ ਸੀ ਤੁਹਾਡੀ ਕਿ ਸ਼ਾਇਦ ਜਿਹੜੇ ਐਲਾਨੇ ਹੋਏ ਉਮੀਦਵਾਰ ਵਾਪਸ ਲੈ ਲੈਣਗੇ ਜੇ ਗੱਠਜੋੜ ਹੁੰਦਾ? ਨਹੀਂ, ਲਏ ਨਹੀਂ ਉਹਨਾਂ ਨੇ। ਕਹਿੰਦੇ ਸੀ ਲੈ ਲਾਂਗੇ, ਪਰ ਜਿਨ੍ਹਾਂ ਤੋਂ ਪੈਸੇ ਲੈ ਲਿਓ ਪੈਸੇ ਕਿੱਥੋਂ ਮੋੜਨਗੇ? ਫਿਰ ਹੁੰਦਾ ਕਿਤੇ ਸੰਭਵ? ਰਾਜ ਸਾਹਿਬ, ਚਲੋ ਇਹ ਤਾਂ ਗੱਲ ਹੋ ਗਈ, ਤੁਸੀਂ ਬਹੁਤ ਸਾਰੀ ਚੀਜ਼ਾਂ ਕਲੀਅਰ ਕੀਤੀਆਂ ਗਈਆਂ। ਅਗਾਂਹ ਕੀ ਹੁਣ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਲਈ ਕੀ ਵਿਜ਼ਨ ਲੈ ਕੇ ਚੱਲਦਾ? ਕਿਹੜੀਆਂ ਚੀਜ਼ਾਂ ਨੇ? ਲੋਕਾਂ ਤੱਕ ਪਹੁੰਚ ਕਿਵੇਂ ਸਥਾਪਿਤ ਕਰਨਾ? ਦੇਖੋ, ਬਹੁਤ ਜਲਦੀ ਅਸੀਂ ਆਪਣਾ ਪਾਰਲੀਮੈਂਟਰੀ ਬੋਰਡ ਬਣਾ ਕੇ, ਜਿਹੜੀ ਇੱਕ ਕੈਂਡੀਡੇਟਸ ਦੀ ਸਿਲੈਕਸ਼ਨ ਵਾਸਤੇ ਇੱਕ ਕਮੇਟੀ ਬਣਾ ਕੇ ਵਿਦਨ ਏ ਵੀਕ ਔਰ ਸੋ ਅਸੀਂ ਕੈਂਡੀਡੇਟਸ ਜਿਹੜੇ ਨੇ ਉਹਨਾਂ ਦੀ ਲਿਸਟਾਂ ਰਿਲੀਜ਼ ਕਰਾਂਗੇ। ਅਤੇ ਜਿਹੜਾ ਸਾਰਾ ਪ੍ਰੋਗਰਾਮ ਚੱਕ ਆਊਟ ਕਰਕੇ ਅਸੀਂ ਪ੍ਰੈਸ 'ਚ ਡਿਕਲੇਅਰ ਕਰ ਦਾਂਗੇ। ਬਹੁਤ ਸਾਰੇ ਲੋਕ ਰਾਜ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਕੈਂਡੀਡੇਟ ਐਲਾਨ ਕਰ ਦੇਵਾਂਗੇ, ਲੋਕ ਮਖੌਲ ਕਰ ਰਹੇ, ਟਿੱਚਰਾਂ ਕਰ ਰਹੇ ਵੀ ਇਹਨਾਂ ਕੋਲ ਤਾਂ 117 ਕੈਂਡੀਡੇਟ ਹੀ ਨਹੀਂ ਹੋਣੇ। ਸਾਡੇ ਕੋਲ ਤਾਂ 60 ਦੇ ਉੱਤੇ ਕੈਂਡੀਡੇਟਸ ਦੀ ਪਹਿਲਾਂ ਹੀ ਪਈਆਂ ਐਪਲੀਕੇਸ਼ਨਾਂ। ਉਹ ਤਾਂ ਅੱਜ ਦੀਆਂ ਨਹੀਂ, ਉਹ ਤਾਂ ਮਹੀਨੇ ਤੋਂ ਤੁਰੇ ਫਿਰਦੇ ਨੇ। ਸਾਡੇ ਕੋਲ ਤਾਂ ਕੈਂਡੀਡੇਟਸ ਦੀ ਕਮੀ ਨਹੀਂ, ਕਿਸੇ ਦੀ ਹੋਰ ਦੀ ਹੋਊ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਲੋਕਾਂ ਵਿੱਚੋਂ ਲੈਣੇ, ਸਾਰੇ ਸੈਕਸ਼ਨਸ ਦੇ ਨੁਮਾਇੰਦੇ ਲੈਣੇ। ਸਾਡੀ ਪ੍ਰੋਬਲਮ ਇਹ ਹੈ ਵੀ ਕੋਈ ਸੈਕਸ਼ਨ ਰਹਿ ਨਾ ਜਾਏ। ਕਿਵੇਂ ਸੈਕਸ਼ਨ ਦੀ ਪਛਾਣ ਕਿਵੇਂ ਵੰਡ ਹੋ ਰਹੀ ਹੈ? ਸਾਰੀ ਚੀਜ਼ਾਂ ਕਿਵੇਂ? ਦੇਖੋ, ਹਾਲੇ ਕੱਲ੍ਹ ਹੀ ਮੈਨੂੰ ਵਪਾਰ ਮੰਡਲ ਵਾਲੇ ਮਿਲੇ ਨੇ ਆ ਕੇ, ਉਹਨਾਂ ਨਾਲ ਗੱਲਬਾਤ ਹੋਈ ਹੈ। ਅੱਜ ਇੰਡਸਟਰੀ ਵਾਲਿਆਂ ਨਾਲ ਲੁਧਿਆਣੇ ਮੀਟਿੰਗ ਹੋਈ ਹੈ। ਇਸੇ ਤਰ੍ਹਾਂ ਐਮਪਲਾਈਜ਼ ਦੇ ਜਿਹੜੇ ਲੀਡਰਸ ਨੇ ਉਹ ਆ ਕੇ ਮਿਲੇ ਨੇ। ਰੋਜ਼ ਕਿਸੇ ਨਾ ਕਿਸੇ ਬਹੁਤ ਜਥੇਬੰਦੀਆਂ ਨਾਲ ਮੀਟਿੰਗਾਂ ਚੱਲ ਰਹੀਆਂ ਨੇ। ਸਾਰੇ ਇਕੱਠੇ ਹੋ ਕੇ ਇਹ ਲੋਕਾਂ ਦੀ ਲੜਾਈ ਹੋਏਗੀ। ਲੋਕ ਇਲੈਕਸ਼ਨ ਲੜਨਗੇ। ਇਹ ਕੋਈ ਸੰਯੁਕਤ ਸਮਾਜ ਮੋਰਚਾ ਐਵੇਂ ਨਹੀਂ ਹੈ, ਇਹ ਲੋਕਾਂ ਦਾ ਮੋਰਚਾ ਹੈ। ਇਹੀ ਚੀਜ਼ ਆਮ ਆਦਮੀ ਪਾਰਟੀ ਕਹਿ ਰਹੀ ਵੀ ਲੋਕ ਲੜਾਈ ਲੜਨਗੇ, ਸਾਡੀ ਸਰਕਾਰ ਬਣੀ ਬੈਠੀ ਸੀ, ਵੋਟਰ ਹੈ। ਲੋਕਾਂ ਨੇ ਦੇਖ ਲਿਆ, ਜਿਹੜੀ ਪਿਛਲੀ ਵਾਰੀ 15-20 ਉਹਨਾਂ ਦੇ ਚੁਣੇ ਗਏ, ਉਹਨਾਂ ਦੀ ਕਾਰਗੁਜ਼ਾਰੀ ਤੋਂ ਵੀ ਲੋਕਾਂ ਨੂੰ ਪਤਾ। ਪਿਛਲੀ ਵਾਰੀ ਵੀ ਇਹੀ ਕਲੇਸ਼ ਹੋਇਆ ਸੀਗਾ ਵੀ ਸੀਟਾਂ ਵੇਚਦੇ ਨੇ, ਇਸ ਵਾਰੀ ਵੀ ਉਹੀ ਕਲੇਸ਼। ਜਲੰਧਰ 'ਚ ਕੱਲ੍ਹ ਕੀ ਹੋਇਆ? ਔਰ ਇਹ ਸਾਰੇ ਤਾਂ ਰੌਲਾ ਪੈ ਰਿਹਾ। ਸਾਡੇ ਕਹਿਣ ਦੀ ਕੀ ਗੱਲ ਹੈ? ਉਹ ਆਪਣਾ ਘਰ ਸੰਭਾਲਣ ਪਹਿਲਾਂ, ਉੱਥੇ ਆਪਣੇ ਆਪ ਤਾਂ ਐਕਸਪੋਜ਼ ਹੋ ਰਹੇ ਨੇ। ਅੱਛਾ, ਇੱਕ ਚੀਜ਼ ਇਹ ਵੀ ਸੀ, ਬਹੁਤ ਸਾਰੇ ਲੋਕ ਕਹਿ ਰਹੇ ਵੀ ਕਿਉਂਕਿ ਤੁਸੀਂ CM ਚਿਹਰਾ ਬਣਨਾ ਸੀਗਾ, ਭਗਵੰਤ ਮਾਨ ਨੇ ਅੜਿੱਕਾ ਪਾਤਾ, ਉਹਨਾਂ ਨੇ ਨਹੀਂ ਗੱਲ ਬਣਨ। ਨਹੀਂ, ਮੈਂ ਨਹੀਂ ਆਪਣੇ ਆਪ ਨੂੰ ਉਹਦੇ ਨਾਲ ਨਹੀਂ ਤੁਲਨਾ ਕਰਦਾ ਆਪਣੀ। ਮੈਂ ਭਗਵੰਤ ਮਾਨ ਨਾਲ ਮੇਰੀ ਕੀ ਤੁਲਨਾ? ਮੈਂ ਤਾਂ ਸਾਰੀ ਜ਼ਿੰਦਗੀ ਕਿਸਾਨਾਂ ਦੀ ਸੇਵਾ ਲਈ ਲਾਤੀ, ਗਰੀਬ ਲੋਕਾਂ ਦੀ ਸੇਵਾ ਲਈ ਲਾਤੀ। ਤੁਹਾਨੂੰ ਪਤਾ, ਮੈਂ 101 ਕੁੜੀਆਂ ਦੇ ਵਿਆਹ ਕੀਤੇ ਗਰੀਬ ਪਰਿਵਾਰਾਂ ਦੀਆਂ, ਜਿਹੜੀਆਂ ਸੁਖੀ ਘਰੇ ਵਸਦੀਆਂ। ਮੈਂ ਅਨੇਕਾਂ ਜਿਹੜੇ ਨੇ ਮੈਡੀਕਲ ਕੈਂਪ ਲਾਏ ਨੇ, ਜਿੱਥੇ ਫੋਲੋ ਵੀ ਕਰਦੇ ਹੁੰਦੇ ਸੀ। ਐਵੇਂ ਕੈਂਪ ਲਾ ਕੇ ਨਹੀਂ ਛੱਡਦੇ, 6-6 ਮਹੀਨੇ ਬਾਅਦ 'ਚ ਉਹਨਾਂ ਨੂੰ ਦਵਾਈਆਂ ਦਵਾ ਕੇ ਇਲਾਜ ਕਰਾਉਂਦੇ ਸੀ। ਮੈਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਇੱਕ ਸਕੂਲ ਅਤੇ ਇੱਕ ਕਾਲਜ ਚਲਾਉਣਾ, ਜਿੱਥੇ ਮੈਂ ਵੱਖਰੇ ਮਾਪਦੰਡ ਸਥਾਪਿਤ ਕੀਤੇ ਨੇ। ਤੋ ਮੈਂ ਉਹਨਾਂ ਲੋਕਾਂ ਨੂੰ, ਮੈਂ ਤਾਂ ਆਪਣੀ ਸੈਟਿਸਫੈਕਸ਼ਨ ਲਈ ਕਰਦਾ, ਕਿਸੇ ਨਾਲ ਮੁਕਾਬਲਾ ਨਹੀਂ।
ਕਿਸੇ ਨਾਲ ਮੁਕਾਬਲਾ ਨਹੀਂ। ਤੁਸੀਂ ਜਿਵੇਂ ਕਿਹਾ ਕਿ 60 ਸਾਡੇ ਕੋਲ ਕੈਂਡੀਡੇਟ ਪਏ ਆ, ਲਗਭਗ ਤਿਆਰ ਹੈਗੇ, ਜਿਨ੍ਹਾਂ ਦੀ ਤੁਹਾਡੇ ਕੋਲ ਪਹੁੰਚੀ ਹੈ। ਕਿਹੜੀਆਂ ਚੀਜ਼ਾਂ ਦੇਖੋਗੇ ਆਪਣੇ ਉਮੀਦਵਾਰ, ਕਿਹੋ ਜਿਹੇ ਉਮੀਦਵਾਰ ਐਲਾਨੋਗੇ ਲੋਕ? ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਉਮੀਦਵਾਰ ਇੱਕ ਤਾਂ ਇਮਾਨਦਾਰ ਹੋਵੇ, ਲਾਇਲ ਹੋਵੇ ਪਾਰਟੀ ਪ੍ਰਤੀ, ਔਰ ਉਹਦੀ ਕਮਿਟਮੈਂਟ ਹੋਵੇ ਲੋਕਾਂ ਦੀ ਸੇਵਾ। ਕੋਈ ਕਮਾਈ ਕਰਨਾ ਉਹਦੇ ਮਨ 'ਚ ਕਿਤੇ ਨਹੀਂ ਹੋਣਾ ਚਾਹੀਦਾ ਨਾ। ਅਸੀਂ ਨਹੀਂ ਚਾਹਾਂਗੇ ਵੀ ਕਰੋੜਾਂ ਰੁਪਈਆ ਕੋਈ ਖਰਚ ਕੇ ਫਿਰ ਕਰੋੜਾਂ ਰੁਪਈਆ ਕਮਾਵੇ। ਅਸੀਂ ਇਸ ਗੱਲ ਦੇ ਟੋਟਲੀ ਖਿਲਾਫ ਹਾਂ। ਅਸੀਂ ਸਿਸਟਮ ਜਿਹੜਾ ਵਿਗੜ ਗਿਆ ਉਹਨੂੰ ਠੀਕ ਕਰਨਾ ਹੈ। ਰਾਜ ਸਾਹਿਬ, ਇੱਕ ਚੀਜ਼ ਇਹ ਵੀ ਹੈਗੀ ਕਿ ਅੱਜ ਦੇ ਦੌਰ 'ਚ ਚੋਣ ਲੜਨੀ ਕੋਈ ਬਾਹਲਾ ਔਖਾ ਚੀਜ਼ ਬਣ ਗਈ ਕਿ ਇੰਨਾ ਬਜਟ ਚਾਹੀਦਾ ਤੁਹਾਨੂੰ ਜੇ ਲੋਕਾਂ ਤੱਕ ਆਪਣਾ ਪ੍ਰਚਾਰ ਪਹੁੰਚਾਉਣਾ, ਲੋਕਾਂ ਤੱਕ ਪਹੁੰਚਣਾ ਹੈ। ਇਹ ਸਾਰੀਆਂ ਚੀਜ਼ਾਂ ਕਿਵੇਂ, ਬਜਟ ਕਿਵੇਂ ਮੈਨੇਜ ਹੋਊਗਾ? ਨਹੀਂ, ਅਸੀਂ ਇੱਦਾਂ ਨਹੀਂ ਕਰਾਂਗੇ। ਸਾਡੀ, ਮੈਂ ਪਹਿਲਾਂ ਜਿਵੇਂ ਦੱਸਿਆ, ਸਾਡੀ ਜਿਹੜੀ ਚੋਣ ਹੈ ਉਹ ਲੋਕ ਲੜਨਗੇ। ਤੁਸੀਂ ਦੇਖੋਗੇ, ਸਮਾਂ ਦੱਸੂਗਾ ਤੁਹਾਨੂੰ। ਜਦੋਂ ਪੰਜਾਬ ਦੇ ਲੋਕ ਕੋਈ ਮਨ ਬਣਾ ਲੈਂਦੇ ਨੇ ਫਿਰ ਕੋਈ ਮੁਸ਼ਕਲ ਨਹੀਂ ਆਉਂਦੀ। ਇਸ ਵੇਲੇ ਪੰਜਾਬ ਦੇ ਲੋਕਾਂ ਦਾ ਮਨ ਬਣਿਆ ਵੀ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਇਹਨਾਂ ਤੋਂ ਪਿੱਛਾ ਛਡਾਉਣਾ ਹੈ। ਇੱਕ ਸਵਾਲ ਇਹ ਵੀ ਕਿ ਜਿਵੇਂ ਚੋਣ ਕਮਿਸ਼ਨ ਨੇ ਅੱਜ ਜਾਬਤਾ ਲਾ ਦਿੱਤਾ ਹੈਗਾ, 1 ਮਹੀਨੇ ਦਾ ਵਕਫਾ ਕਰੀਬ ਰਹਿ ਗਿਆ ਹੈ ਚੋਣਾਂ ਨੂੰ। ਸਮਾਂ ਥੋੜ੍ਹਾ ਹੈ ਪਰ ਕੰਮ ਤੁਹਾਡੇ ਅੱਗੇ ਬਹੁਤ ਜ਼ਿਆਦਾ ਪਿਆ ਹੈ, ਹੋਮਵਰਕ, ਸਾਰੀਆਂ ਚੀਜ਼ਾਂ। ਇੰਨੇ ਘੱਟ ਸਮੇਂ 'ਚ ਕਿਵੇਂ ਘਰ ਘਰ ਪਹੁੰਚ ਜਾਓਗੇ? ਨਹੀਂ, ਹਫ਼ਤੇ ਦੇ ਵਿੱਚ ਅਸੀਂ ਸਾਰੇ ਆਪਣੇ ਕੈਂਡੀਡੇਟ ਡਿਕਲੇਅਰ ਕਰ ਦਿਆਂਗੇ। ਔਰ ਪਿੰਡਾਂ ਵਿੱਚ ਜਾਣ ਦਾ ਜਿੱਥੋਂ ਤੋਂ ਸਵਾਲ ਹੈ, ਜਿਹੜੇ ਸਾਡੇ ਕੈਂਡੀਡੇਟਸ ਨੇ ਆਲਰੇਡੀ ਲੋਕਾਂ ਨਾਲ ਇਨ ਟੱਚ ਨੇ, ਔਰ ਲੋਕੀ ਉਡੀਕ ਕਰ ਰਹੇ ਨੇ ਵੀ ਆਓ ਛੇਤੀ ਆਪਾਂ ਇਸ ਨੂੰ ਮੁਹਿੰਮ ਨੂੰ ਹੋਰ ਤੇਜ਼ ਕਰੀਏ। ਜਦੋਂ ਲੋਕੀ ਉਤਾਵਲੇ ਹੋਣ ਫਿਰ ਕੋਈ ਬਹੁਤੀ ਚਿੰਤਾ ਨਹੀਂ ਹੁੰਦੀ। ਰਾਜਾ ਸਾਹਿਬ, ਇੱਕ ਨਾ ਏਜੰਡਾ ਉਭਾਰਿਆ ਜਾ ਰਿਹਾ ਹੈ, ਜਾਂ ਫਿਰ ਕਹਿ ਦਈਏ ਕਿ ਇੱਕ ਧਾਰਨਾ ਬਣ ਰਹੀ ਲੋਕਾਂ ਦੇ ਵਿੱਚ ਜਾਂ ਬਣਾਈ ਜਾ ਰਹੀ ਕਿ ਕਿਸਾਨਾਂ ਨੇ ਪਾਰਟੀ ਤਾਂ ਬੀਜੇਪੀ ਦੇ ਫਾਇਦੇ ਲਈ ਬਣਾਤੀ, ਤਾਂ ਵੋਟ ਵੰਡ ਦੇਣਗੇ, ਫਲਾਣੀਆਂ ਪਾਰਟੀਆਂ ਨੂੰ ਘਾਟਾ ਹੋ ਜਾਊਗਾ, ਇੱਕ ਖਾਸ ਧਿਰ ਜਿੱਤ ਜਾਊਗੀ। ਤੁਹਾਨੂੰ ਲੱਗਦਾ ਇਹ ਚੀਜ਼ਾਂ? ਇਹ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਇਹੋ ਜਿਹੇ ਸ਼ੋਸ਼ੇ ਛੱਡਦੇ ਨੇ। ਇੱਦਾਂ ਦੀ ਕੋਈ ਗੱਲ ਨਹੀਂ। ਜਦੋਂ ਸਾਰੇ ਸਮਾਜ ਦੇ ਵਰਗ ਇਹਦੇ ਵਿੱਚ ਸ਼ਾਮਲ ਹੋਣਗੇ ਤਾਂ ਸਾਰਾ ਹੀ ਸਮਾਜ ਇਹਦੇ ਵਿੱਚ ਇਨਵੋਲਵ ਹੋਏਗਾ। ਤੁਹਾਨੂੰ ਜਿੱਤ ਨਜ਼ਰ ਆ ਰਹੀ ਹੈ? ਕਿਉਂਕਿ ਸਮਾਂ ਬਹੁਤ ਘੱਟ ਹੈ। ਪੱਕਾ, ਕਿਉਂਕਿ ਲੋਕਾਂ ਦੀ ਜਿੱਤ ਹੋਣੀ ਹੈ। ਇਹ ਨਵੀਂ ਗੱਲ ਹੋਏਗੀ। ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ। ਬਿਲਕੁਲ। ਨੈਸ਼ਨਲ ਮੀਡੀਆ ਦੀ ਕਵਰੇਜ ਵੀ ਆਪਾਂ ਦੇਖੀ, ਜਿਸ ਤਰੀਕੇ ਨਾਲ ਅੰਦੋਲਨ ਸਾਰਾ ਚੱਲਿਆ। PM ਮੋਦੀ ਦੀ ਪੰਜਾਬ ਫੇਰੀ ਸੀਗੀ, ਸਿਕਿਉਰਿਟੀ ਬ੍ਰੀਚ ਦੇ ਨਾਂ ਦੇ ਉੱਤੇ ਜਾਂ ਕਿਸਾਨਾਂ ਦੇ ਮੋਢੇ ਤੇ ਧਰ ਕੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਸਿਕਿਉਰਿਟੀ ਬ੍ਰੀਚ ਹੋਈ? ਜੇ ਹੋਈ ਤਾਂ ਕਸੂਰਵਾਰ ਕਿਹਨੂੰ ਮੰਨਦੇ? ਇਹ ਤਾਂ ਅਫਸੋਸ ਹੁੰਦਾ ਮੈਨੂੰ ਵੀ ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਬੋਲ ਕੇ ਕਿਸਾਨਾਂ ਦੇ ਸਿਰ ਸਿੱਟਣ ਦੀ ਕੋਸ਼ਿਸ਼ ਕਰੇ। ਜਿਹੜੀ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਹੈ, ਇਹ ਤਾਂ ਸਿਕਿਉਰਿਟੀ ਏਜੰਸੀਜ਼ ਦਾ ਤੇ ਪੰਜਾਬ ਸਰਕਾਰ ਦੇ ਦਰਮਿਆਨ ਝਗੜਾ ਹੋ ਕਿਸਾਨਾਂ ਦਾ। ਇਹਦੇ ਨਾਲ ਕੀ? ਕਿਸਾਨ ਤਾਂ ਜਿਹੜੇ ਉਹਨਾਂ ਦੇ ਪਹਿਲਾਂ ਹੀ ਧਰਨੇ ਚੱਲਦੇ ਸੀ DC ਆਫਿਸਿਸ ਦੇ, ਉੱਥੇ ਨੂੰ ਜਾ ਰਹੇ ਸੀ। ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਸ ਰੂਟ 'ਤੇ ਪ੍ਰਧਾਨ ਮੰਤਰੀ ਨੇ ਆਉਣਾ। ਔਰ ਪ੍ਰਧਾਨ ਮੰਤਰੀ ਨੂੰ ਸਿਕਿਉਰਿਟੀ ਏਜੰਸੀਜ਼ ਨੂੰ ਸੋਚਣਾ ਚਾਹੀਦਾ ਸੀ ਵੀ ਤੁਸੀਂ 150 ਕਿਲੋਮੀਟਰ ਬਾਈ ਰੋਡ ਲੈ ਕੇ ਆਉਂਦੇ ਹੋ, ਜਾਂ ਤੁਹਾਡੇ ਕੋਲ ਸਾਰੇ ਸਾਧਨ ਹੈਗੇ ਨੇ, ਸ਼ੌਪਰ ਹੈਗੇ, ਅਤੇ ਤੁਸੀਂ ਜਾਣ ਬੁੱਝ ਕੇ ਲਿਆ ਕੇ ਕਢਾਤਾ। ਇਹਦੇ ਦੋਸ਼ੀ ਤਾਂ ਏਜੰਸੀਆਂ ਨੇ, ਕਿਸਾਨ ਨਹੀਂ। ਤੁਹਾਨੂੰ ਲੱਗਦਾ ਕਿ ਸਾਰੇ ਕਾਸੇ 'ਚ ਪੰਜਾਬੀਆਂ ਦੀ ਛਵੀ ਖਰਾਬ ਕਰਨ ਦੀ ਨਹੀਂ, ਉਹ ਕੋਸ਼ਿਸ਼ ਕਰ ਰਹੇ ਨੇ। ਮੈਂ ਬੜਾ ਸਾਫ਼ ਕਰ ਦੇਣਾ ਚਾਹੁੰਦਾ, ਪੰਜਾਬ ਦੇ ਲੋਕ ਬੜੇ ਸਿਆਣੇ ਨੇ। ਪੰਜਾਬ ਦੇ ਲੋਕ ਇੱਦਾਂ ਦੀ ਗੱਲ ਕਦੀ ਨਹੀਂ ਕਰਨਗੇ। ਅਸੀਂ ਕਿਉਂ ਖਿਚੜੀਆਂ? ਇੱਥੇ ਨਾ ਕੋਈ ਹਿੰਦੂ ਸਿੱਖ ਦਾ ਸਵਾਲ ਹੈ। ਸਾਰੇ ਧਰਮ, ਸਾਰੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਇੱਕ ਦੂਜੇ ਦਾ। ਮੈਂ ਤਾਂ ਬੇਨਤੀ ਕਰਾਂਗਾ ਪ੍ਰਧਾਨ ਮੰਤਰੀ ਨੂੰ ਇੰਨੇ ਨੀਵੇਂ ਪੱਧਰ ਤੱਕ ਨਹੀਂ ਜਾਣਾ ਚਾਹੀਦਾ। ਔਰ ਉਹਨਾਂ ਨੂੰ, ਕਿਉਂਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ ਹੈ, ਇੱਕ ਸਟੇਟ ਜਾਂ ਇੱਕ ਕਮਿਊਨਿਟੀ ਦਾ ਨਹੀਂ ਹੁੰਦਾ। ਅਤੇ ਉਹਨੂੰ ਸਾਰਾ ਦੇਸ਼ ਸੁਖੀ ਵਸਦਾ ਦਿਸਣਾ ਚਾਹੀਦਾ ਹੈ। ਉਹਦੇ ਲਈ ਉਹਨੂੰ ਹਰ ਗੱਲ ਨਾਪ ਤੋਲ ਕੇ ਕਹਿਣੀ ਚਾਹੀਦੀ ਹੈ। ਬਿਲਕੁਲ। ਅੱਜ ਸਾਹਿਬ, ਕੋਈ ਵੀ ਚੀਜ਼ ਜਾਂ ਕੋਈ ਬਿਆਨ ਹੁੰਦਾ, ਖਾਸ ਕਰ PM ਲੈਵਲ ਦਾ, ਉਹਦਾ ਕੋਈ ਮਾਇਨਾ ਹੁੰਦਾ ਹੈ ਜਾਂ ਉਹਨੂੰ ਸਿਆਸੀ ਲਾਹਾ ਹੁੰਦਾ ਜਾਂ ਕੋਈ ਚੀਜ਼ਾਂ ਹੈਗੀਆਂ। PM ਦੀ ਇਸ ਸਾਰੀ ਚੀਜ਼ ਪਿੱਛੇ ਤੁਹਾਨੂੰ ਕੀ ਲੱਗਦਾ, ਕਾਰਨ ਕੀ ਹੈ? ਅਸਲ 'ਚ ਉਹ ਸਾਰੀ ਦੁਨੀਆ ਨੂੰ ਜੱਗ ਜਾਣਦਾ ਵੀ ਉੱਥੇ ਇਕੱਠ ਹੋਇਆ ਨਾ PM ਦੀ ਰੈਲੀ ਦੇ ਵਿੱਚ। ਉਹਨੂੰ ਇਨਫੋਰਮੇਸ਼ਨ ਸੀ। ਅਤੇ PM ਸਾਡਾ ਜੁਮਲੇਬਾਜ਼ ਤਾਂ ਹੈ ਹੀ, ਇਹ ਤਾਂ ਮੰਨਿਆ ਹੋਇਆ। ਉਹ ਆਪ ਕਹਿ ਦਿੰਦਾ ਇਹ ਤਾਂ ਚੁਣਾਵੀ ਜੁਮਲਾ ਥਾ, ਅਤੇ ਚੁਣਾਵੀ ਜੁਮਲਾ ਇੱਕ ਛੱਡ ਗਿਆ ਔਰ ਇਹਦੇ ਮਾਅਨੇ ਗਲਤ ਕੱਢ ਰਹੇ ਨੇ ਲੋਕ। ਮੈਂ ਇਸ ਗੱਲ ਦੀ ਤਕਲੀਫ ਹੈ। ਪੰਜਾਬ ਦੇ ਲੋਕ ਇੱਕ ਦੂਜੇ ਦੇ ਭਰਾਵਾਂ ਵਾਂਗੂ ਰਹਿੰਦੇ ਨੇ। ਸਾਡੀ 9 ਮਾਸ ਦਾ ਰਿਸ਼ਤਾ ਹੈ। ਪੰਜਾਬ ਦਾ ਮਾਹੌਲ ਅਸੀਂ ਕਿਸੇ ਕੀਮਤ 'ਤੇ ਵੀ ਖਰਾਬ ਨਹੀਂ ਕਰਨ ਦਿਆਂਗੇ ਕਿਸੇ। ਤੁਸੀਂ ਮਾਇਨੇ ਦੀ ਗੱਲ ਕੀਤੀ, ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋਵੋਗੇ, ਇੱਕ ਮਾਇਨੇ ਇਹ ਵੀ ਕੱਢੇ ਜਾ ਰਹੇ ਕਿ ਇਹ ਕਿਸਾਨਾਂ ਨੇ ਤਾਂ ਰੋਕਿਆ, ਇਹ ਹਿੰਦੂਆਂ ਦੀ ਅਪਮਾਨ ਕੀਤਾ, ਹਿੰਦੂਆਂ ਦੀ ਬੇਇੱਜ਼ਤੀ ਆ। ਕਿਉਂਕਿ ਤੁਸੀਂ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰਦੇ ਹੋ, ਤੁਸੀਂ ਸਮਾਜ ਨੂੰ ਇਕੱਠਿਆਂ ਤੋਰਨ ਦੀ ਗੱਲ ਕਰਦੇ ਹੋ, ਅਤੇ ਦੂਜੇ ਪਾਸੇ ਮੈਸੇਜ ਇਹ ਚਲੇ ਗਿਆ। ਇਹ ਤੁਹਾਨੂੰ ਲੱਗਦਾ ਵੋਟਾਂ ਦਾ ਕੇਂਦਰੀਕਰਨ ਵੀ?
ਲੋਕੀ ਚੰਗੀ ਤਰ੍ਹਾਂ ਸਮਝਦੇ ਨੇ। ਜਦੋਂ ਅਸੀਂ ਉੱਥੇ ਬੈਠੇ ਸੀ ਉਦੋਂ ਵੀ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਸੀ ਉਹ ਰੋਜ਼ ਨਵੇਂ ਸ਼ੋਸ਼ੇ ਛੱਡਦਾ ਸੀ। ਉਹਨੂੰ ਤਨਖਾਹ ਇਸ ਕੰਮ ਦੀ ਮਿਲਦੀ ਆ ਵੀ ਜੋ ਉਹਨਾਂ ਨੂੰ ਹੁਕਮ ਮਿਲ ਗਿਆ ਉਹਦੇ ਮੁਤਾਬਕ ਕੜ ਸਿੱਟੀ ਜਾਣਾ ਲੋਕਾਂ ਦੇ ਵਿੱਚ, ਤੇ ਲੋਕਾਂ ਨੂੰ ਪਤਾ ਵੀ ਆਈਟੀ ਸੈੱਲ ਸਰਗਰਮ ਹੋਇਆ ਹੋਇਆ। ਅਸਲੀਅਤ ਇਹਦੇ ਵਿੱਚ ਕੁਝ ਵੀ ਨਹੀਂ। ਆਈਟੀ ਸੈੱਲ ਨੂੰ ਕਾਊਂਟਰ ਕਰਨ ਦੇ ਲਈ ਤੁਹਾਡੇ ਕੋਲ ਕੋਈ ਆਈਟੀ ਸੈੱਲ ਹੈ? ਸਾਡੇ ਕੋਲ ਵੀ ਹੈ ਆਈਟੀ ਸੈੱਲ। ਅਸੀਂ ਆਪਣੇ ਆਈਟੀ ਸੈੱਲ ਰਾਹੀਂ ਉਹਨੂੰ ਕਾਊਂਟਰ ਕਰਦੇ ਰਹੇ ਹੁਣ ਤੱਕ। ਆਖਰੀ ਸਵਾਲ ਤੁਹਾਨੂੰ, ਜਿਹੜੇ ਲੋਕ ਦੇਖ ਰਹੇ ਹੋਣ, ਕਿਉਂਕਿ ਸਮਾਂ ਥੋੜਾ ਰਹਿ ਗਿਆ, ਕਰੀਬ 1 ਮਹੀਨਾ, ਪੰਜਾਬ ਵਾਲੇ ਲੋਕ ਤੁਹਾਨੂੰ ਦੇਖ ਰਹੇ ਹੋਣ, ਕੀ ਕਹਿਣਾ ਚਾਹੁੰਦੇ ਆਪਣਾ ਮੈਸੇਜ? ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਇਹ ਤੁਹਾਡਾ ਕੰਮ ਹੈ। ਇਹ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ, ਜਿੱਥੇ ਪੰਜਾਬ ਦੀ ਬੇੜੀ ਡੋਬਣ ਤੇ ਆਏ ਨੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ, ਤਾਂ ਨਿਕਲੋ ਮੈਦਾਨ ਵਿੱਚ, ਆਪਣੀ ਡਿਊਟੀ ਸੰਭਾਲੋ। ਆਓ, ਇਹ ਤੁਹਾਡਾ ਮੋਰਚਾ ਹੈ, ਸੰਯੁਕਤ ਸਮਾਜ ਮੋਰਚਾ। ਇਹਦਾ ਕੰਮ ਸਾਰੇ ਹਰ ਜਗ੍ਹਾ ਬੈਠੇ ਜਿਹੜੇ ਪਿੰਡਾਂ 'ਚ ਲੋਕ ਨੇ, ਸ਼ਹਿਰਾਂ 'ਚ ਲੋਕ ਨੇ, ਸਾਡਾ ਸਾਰਾ ਭਾਈਚਾਰਾ, ਉਹਨੂੰ ਸੰਭਾਲ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਤੁਸੀਂ ਗੱਲ। ਮਿਹਰਬਾਨੀ। ਸੋ ਕਿਸਾਨ ਲੀਡਰ ਹੁਣ ਸੰਯੁਕਤ ਸਮਾਜ ਮੋਰਚੇ ਦੇ ਲੀਡਰ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਕਿ ਸਮਾਂ ਬੇਸ਼ੱਕ ਥੋੜਾ ਰਹਿ ਗਿਆ, ਸਾਡੀਆਂ ਤਿਆਰੀਆਂ ਮੁਕੰਮਲ ਨੇ, ਪੰਜਾਬ ਦੇ ਘਰ ਘਰ ਪਹੁੰਚਾਂਗੇ, ਪੰਜਾਬ ਦੇ ਏਜੰਡੇ ਨੂੰ ਉਭਾਰਾਂਗੇ ਤੇ ਏਜੰਡੇ ਦੇ ਆਧਾਰ 'ਤੇ ਸਿਆਸਤ ਕਰਾਂਗੇ। ਆਪਣੇ ਸਹਿਯੋਗੀ ਬਰਾੜ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।